मॉर्निंग स्टूडेंट्स, अज आप जलवायु चैप्टर का जोड़ा पार्ट 4 है वो थोड़े नाल शेयर करन लगी हाँ। ये आप पढ़ांगे रिदम ऑफ सीजनस मीनस के रुत चक्कर। आपू पता मॉनसून पौना की जी दिशा है वो बदलन करके देश के चार तरह दी रुत्तां ने जिहड़ियां पाईयां जांदियां ने। सब तो पहली हैगी सर्द मौसम की रुत जिहड़ी कि आपां नूं पता मध्य दसंबर तो फरवरी तक रहिंदी है जी। फिर आ गई गर्म मौसम की रुत जिहड़ी मार्च तो मध्य जून तक रहिंदी है। फिर आ गई वरखा मतलब बरसात की रुत जिहड़ी कि मध्य जून तो मध्य सितंबर तक रहिंदी है जी। तो वापस मुड़दियां जिहड़ियां पौना दे मौसम की रुत हुंदी है वो रहिंदी है अपनी मध्य सितंबर तो मध्य दसंबर तक। ये चार तरह दीयां जिहड़ियां रुत्तां ने पाईयां जांदियां ने। सब तो पहला जेकर आपां सर्द मौसम के रुत की गल करिए तो ये जिहड़ा सूरज दक्षिणी गोलार्ध विच जिहड़ी मकर रेखा है मीनस के ट्रॉपिक ऑफ कैप्रीकॉर्न है उहदे ते सीधा चमक रहा हुंदा है। इस करके भारत के दक्षिणी भागां तो उत्तर वल जांदिआं तापमान है जिहड़ा लगातार घटदा रहिंदा है। 20 डिग्री सैल्सीअस की समताप रेखा देश के मध्य विचों 20 डिग्री सैल्सीअस के ही उत्तरी अक्षांश के समानांतर पूरब पश्चिम दिशा विच लंघदी है। मुंबई और चेन्नई वर्गे स्थानों पर जिहड़ा औसत तापमान है वो 25 डिग्री सैल्सीअस तक है, पर उत्तरी विशाल मैदानों में घट के केवल 10 डिग्री सैल्सीअस तक ही रह जाता है। जेकर दबाਅ की गल करिए उत्तरी भारत में तापमान के घटन नाल ही वध दबाਅ के खेतर होंद विच आ जाते हैं। सूरज के दक्षिण वल सरकते सार ही ये खेतर उप ऊष्ण वध दबाਅ की पट्टी वाला खेतर विच हो जाता है जो कि रूम सागर तो लैके पश्चिमी एशिया फारस की खाड़ी ईरान और पाकिस्तान हुंदी हुई भारत के विशाल मैदानों राहीं चीन के समुंदर तक जा पहुँचती है। पाकिस्तान दे विच पेशावर के नज़दीक देश के उत्तर पश्चिमी भागों के पास 1020 मिलीबार का समदाब रेखा द्वारा विरुद्ध चक्रवात है जिहड़ा एंटी साइक्लोन की स्थिति है जिहड़ी बनती है जिसका विस्तार मध्य प्रदेश झारखंड बिहार राज्यों तक आ जाता है। देश के दक्षिणी भागों विच अते नाल लगदे समुद्री खेतरां वल दबाਅ वालियां 1013 मिलीबार दीयां समदाब रेखावां भी मिलदियां ने। मीनस के ਇਹਦੇ ਵਿੱਚ ਕਹਿਣ ਦਾ ਭਾਵ ਇਹ ਹੈ ਕਿ ਸਰਦੀਆਂ ਦੀ ਰੁੱਤ ਦੇ ਵਿੱਚ ਜਿਹੜਾ ਦਬਾਅ ਹੈ ਉਹ ਲਗਾਤਾਰ ਵੱਧਦਾ ਹੈ। ਕਈ ਵਾਰ ਦੇਸ਼ ਦੇ ਉੱਤਰੀ ਭਾਗਾਂ ਵਿੱਚ ਵੱਧ ਦਬਾਅ ਦੀਆਂ ਸਥਿਤੀਆਂ ਵਿੱਚ ਤਬਦੀਲੀਆਂ ਆ ਜਾਂਦੀਆਂ ਨੇ ਅਤੇ ਜਦੋਂ ਕਿ ਪੱਛਮੀ ਅਤੇ ਉੱਤਰ ਪੱਛਮੀ ਭਾਗਾਂ ਤੋਂ ਬਹੁਤ ਸਾਰੇ ਘੱਟ ਦਬਾਅ ਵਾਲੇ ਖੇਤਰ ਨੇ ਜਿਹੜੇ ਉਹ ਵੀ ਨਜ਼ਰ ਆਉਂਦੇ ਨੇ ਆਪਾਂ ਨੂੰ। ਇਹਨਾਂ ਨੂੰ ਪੱਛਮੀ ਗੜਬੜੀਆਂ ਜਾਂ ਤਬਦੀਲੀਆਂ ਜਾਂ ਚੱਕਰਵਾਤ ਵੀ ਕਹਿ ਦਿੱਤਾ ਜਾਂਦਾ ਹੈ। ਫਿਰ ਆ ਗਿਆ ਜੇਕਰ ਪੌਣਾ ਦੀ ਗੱਲ ਕਰੀਏ ਤਾਂ ਕੀ ਹੁੰਦਾ ਜੀ ਕਿ ਪੌਣਾ ਨੇ ਜਿਹੜੀਆਂ ਖੁਸ਼ਕ ਅਤੇ ਠੰਡੀਆਂ ਹੋ ਜਾਂਦੀਆਂ ਨੇ। 3 ਤੋਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗਣ ਵਾਲੀਆਂ ਇਹਨਾਂ ਉੱਤਰ ਪੱਛਮੀ ਠੰਡੀਆਂ ਪੌਣਾਂ ਨੂੰ ਸ਼ੀਤ ਲਹਿਰ ਵੀ ਕਿਹਾ ਜਾਂਦਾ ਹੈ। ਗੰਗਾ ਦੇ ਡੈਲਟਾਈ ਭਾਗਾਂ ਵਿੱਚ ਪਹੁੰਚ ਕੇ ਇਹ ਪੌਣਾ ਦੀ ਦਿਸ਼ਾ ਉੱਤਰ ਤੋਂ ਦੱਖਣ ਵੱਲ ਭਾਵ ਬੰਗਾਲ ਦੀ ਖਾੜੀ ਵੱਲ ਹੈ ਜਿਹੜੀ ਉਹ ਹੋ ਜਾਂਦੀ ਹੈ। ਠੀਕ ਹੈ ਜੀ, ਇਸ ਕਰਕੇ ਇਹ ਠੰਡੀਆਂ ਹੁੰਦੀਆਂ ਨੇ। ਫਿਰ ਆ ਗਿਆ ਜੀ ਵਰਖਾ। ਸਰਦੀਆਂ ਵਿੱਚ ਦੇਸ਼ ਦੇ ਅੰਦਰ 2 ਸਥਾਨਾਂ 'ਤੇ ਵਰਖਾ ਹੁੰਦੀ ਹੈ। ਦੇਸ਼ ਦੇ ਉੱਤਰ ਪੱਛਮੀ ਭਾਗਾਂ ਜਿਵੇਂ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੇ ਉੱਤਰੀ ਖੇਤਰਾਂ ਵਿੱਚ ਔਸਤਨ 20 ਤੋਂ 50 ਸੈਂਟੀਮੀਟਰ ਤੱਕ ਜਿਹੜੀ ਚੱਕਰਵਾਤੀ ਵਰਖਾ ਹੈ ਜਿਹੜੀ ਉਹ ਹੋ ਜਾਂਦੀ ਹੈ ਜੋ ਕਿ ਹਾੜੀ ਦੀ ਫਸਲ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ। ਨਾਲੇ ਹੀ ਜਿਹੜਾ ਨਾਲ ਲੱਗਦਾ ਆਪਣਾ ਕਸ਼ਮੀਰ ਹਿਮਾਚਲ ਕੁਮਾਊਂ ਵਰਗੇ ਨੇ ਉੱਥੇ ਬਰਫ਼ਬਾਰੀ ਹੋ ਜਾਂਦੀ ਹੈ ਜੀ। ਦੂਜਾ ਤਾਮਿਲਨਾਡੂ ਦੇ ਤੱਟੀ ਭਾਗਾਂ ਵਿੱਚ ਸਰਦੀਆਂ ਦੇ ਉੱਤਰ ਪੂਰਬੀ ਮਾਨਸੂਨ ਦੀਆਂ ਗਰਮੀਆਂ ਦੀਆਂ ਪੌਣਾਂ ਦੇ ਮੁਕਾਬਲੇ ਵੱਧ ਵਰਖਾ ਕਰਦੀਆਂ ਨੇ। ਫਿਰ ਮੌਸਮ ਦੀ ਗੱਲ ਕਰੀਏ, ਮੌਸਮ ਹੈ ਜਿਹੜਾ ਸੁਹਾਵਣਾ ਹੁੰਦਾ ਹੈ। ਦਿਨ ਗਰਮ ਅਤੇ ਰਾਤਾਂ ਠੰਡੀਆਂ ਹੁੰਦੀਆਂ ਨੇ ਜੀ ਅਤੇ ਕਦੇ ਕਦੇ ਰਾਤ ਨੂੰ ਤਾਪਮਾਨ ਜ਼ਿਆਦਾ ਗਿਰ ਜਾਣ ਕਰਕੇ ਸੰਘਣਾ ਕੋਹਰਾ ਵੀ ਪੈ ਜਾਂਦਾ ਹੈ ਅਤੇ ਮੈਦਾਨੀ ਭਾਗਾਂ ਵਿੱਚ ਸ਼ੀਤ ਲਹਿਰ ਦੇ ਵਗਣ ਕਾਰਨ ਕੱਕਰ ਵੀ ਪੈ ਜਾਂਦਾ ਹੈ। ਕੱਕਰ ਮੀਨਸ ਕਿ ਬਹੁਤ ਜ਼ਿਆਦਾ ਜਿਹੜੀ ਠੰਡ ਹੁੰਦੀ ਹੈ ਉਹਨੂੰ ਕਿਹਾ ਜਾਂਦਾ, ਇੰਗਲਿਸ਼ ਦੇ ਵਿੱਚ ਇਹਨੂੰ ਆਪਾਂ ਫਰੋਸਟ ਕਹਿੰਦੇ ਹਾਂ। ਨੈਕਸਟ ਆ ਗਿਆ ਜੀ ਗਰਮੀ ਦੇ ਮੌਸਮ ਦੀ ਰੁੱਤ। ਇਹਦੇ ਵਿੱਚ ਤਾਪਮਾਨ ਹੈ ਜਿਹੜਾ 21 ਮਾਰਚ ਤੋਂ ਬਾਅਦ ਹੈ ਜਿਹੜਾ ਉਹ ਭੂ-ਮੱਧ ਰੇਖਾ ਨੂੰ ਪਾਰ ਕਰਕੇ ਉੱਤਰੀ ਗੋਲਾਰਧ ਵੱਲ ਨੂੰ ਵਧਣ ਲੱਗਦੀਆਂ ਨੇ ਜਿਹੜੀਆਂ ਪੌਣਾਂ ਨੇ। 3.5 ਮਹੀਨੇ ਦੀ ਗਰਮ ਰੁੱਤ ਹੈ ਜਿਹੜੀ ਉਹ ਭਾਰਤ ਦੇ ਵਿੱਚ ਰਹਿੰਦੀ ਹੈ। ਠੀਕ ਹੈ ਜੀ, ਜਿਵੇਂ ਕਿ ਇਹ ਭੂ-ਮੱਧ ਰੇਖਾ ਨੂੰ ਪਾਰ ਕਰਕੇ ਉੱਤਰੀ ਗੋਲਾਰਧ ਵੱਲ ਵਧਣ ਲੱਗਦੀਆਂ ਨੇ ਇਹ ਪੌਣਾਂ ਤਾਂ ਨਾਲ ਹੀ ਜਿਹੜਾ ਹੈਗਾ ਤਾਪਮਾਨ ਹੈ ਜਿਹੜਾ ਉਹ ਵੀ ਵਧਣ ਲੱਗ ਜਾਂਦਾ ਅਤੇ ਵੱਧ ਕੇ 38-40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ। ਜੂਨ ਦੇ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਸਿੱਧੀਆਂ ਕਰਕ ਰੇਖਾ ਕਰਕੇ ਅਤੇ ਸਿੱਧੀਆਂ ਪੈਣ ਲੱਗਦੀਆਂ ਨੇ ਜਿਸ ਕਰਕੇ ਸਾਰੇ ਉੱਤਰ ਪੱਛਮੀ ਭਾਗਾਂ ਦਾ ਤਾਪਮਾਨ ਹੈ ਜਿਹੜਾ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਂਦਾ ਹੈ ਅਤੇ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੋਂ ਕਦੇ ਵੀ ਥੱਲੇ ਹੈ ਜਿਹੜਾ ਉਹ ਨਹੀਂ ਜਾਂਦਾ। ਫਿਰ ਆ ਗਿਆ ਜੀ ਹਵਾ ਦਾ ਦਬਾਅ। ਤਾਪਮਾਨ ਦੇ ਵਧਣ ਨਾਲ ਹਵਾ ਦਾ ਦਬਾਅ ਵੀ ਘੱਟ ਜਾਂਦਾ ਹੈ। ਭੂ-ਮੱਧ ਰੇਖਾ ਅਤੇ ਘੱਟ ਦਬਾਅ ਦੀ ਪੇਟੀ ਉੱਤਰ ਵੱਲ ਹਿਮਾਲਿਆ ਦੇ ਸਮਾਨੰਤਰ ਛੋਟੇ ਨਾਗਪੁਰ ਦੀ ਪਠਾਰ ਤੱਕ
ਦੱਖਣ ਵਿੱਚ 25 ਡਿਗਰੀ ਉੱਤਰੀ ਅਕਸ਼ਾਂਸ਼ ਰੇਖਾ ਵੱਲ ਫੈਲ ਜਾਂਦੀ ਹੈ, ਜਿਸ ਨੂੰ ਅੰਤਰ ਊਸ਼ਨ ਸੁਮੇਲਖੰਡ ਮੀਨਸ ਕਿ ਇੰਟਰ ਟ੍ਰੋਪੀਕਲ ਕਨਵਰਜੈਂਸ ਜ਼ੋਨ ਵੀ ਕਿਹਾ ਜਾਂਦਾ, ਜੋ ਕਿ ਮਾਨਸੂਨ ਪੌਣਾ ਨੂੰ ਦੱਖਣ ਤੋਂ ਉੱਤਰ ਵੱਲ ਨੂੰ ਖਿੱਚਦੀ ਹੈ। ਫਿਰ ਆ ਗਿਆ ਪੌਣਾ ਦੀ ਗੱਲ। ਪੌਣਾ ਦੀ ਗੱਲ ਜੇਕਰ ਆਪਾਂ ਕਰੀਏ ਤਾਂ ਦੇਸ਼ ਅੰਤਰ ਘੱਟ ਦਬਾਅ ਦੇ ਵਿਸ਼ਾਲ ਖੇਤਰ ਸਥਾਪਿਤ ਹੋਣ ਕਰਕੇ ਥਾਂ ਥਾਂ 'ਤੇ ਜਿਹੜੀਆਂ ਲੋਕਲ ਵਿੰਡਸ ਨੇ ਉਹ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ। ਉੱਤਰ ਪੱਛਮੀ ਭਾਗਾਂ ਵਿੱਚ ਦਿਨ ਗਰਮ ਅਤੇ ਖੁਸ਼ਕ ਪੱਛਮੀ ਪੌਣਾ ਚੱਲਦੀਆਂ ਨੇ ਅਤੇ ਰਾਤ ਨੂੰ ਇਹ ਕਮਜ਼ੋਰ ਪੈ ਜਾਂਦੀਆਂ ਨੇ, ਜਿਸ ਕਰਕੇ ਕਈ ਵਾਰ ਤੂਫਾਨ ਹੈ ਮੀਨਸ ਥੰਡਰ ਸਟੋਰਮ ਅਤੇ ਡਸਟ ਸਟੋਰਮਸ ਹਨੇਰੀਆਂ ਵੀ ਚੱਲਣ ਲੱਗ ਜਾਂਦੀਆਂ ਨੇ। ਅਤੇ ਗਰਮੀਆਂ ਵਿੱਚ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਗਰਮ ਹਵਾ ਚੱਲਦੀ ਆ, ਉਹਨੂੰ ਲੂ ਵੀ ਕਿਹਾ ਜਾਂਦਾ ਹੈ ਜੀ। ਫਿਰ ਜੇਕਰ ਆਪਾਂ ਵਰਖਾ ਦੀ ਗੱਲ ਕਰੀਏ ਤਾਂ ਗਰਮੀ ਦੀ ਰੁੱਤ ਭਾਵੇਂ ਅੱਤ ਦੀ ਖੁਸ਼ਕ ਹੁੰਦੀ ਆ, ਫਿਰ ਵੀ ਪੈਦਾ ਹੋਏ ਚੱਕਰਵਾਤੀ ਜਿਹੜੇ ਘੇਰੇ ਨੇ ਉਹ ਥੋੜ੍ਹੀ ਥੋੜ੍ਹੀ ਵਰਖਾ ਹੈ ਜਿਹੜੀ ਉਹ ਕਰ ਦਿੰਦੇ ਨੇ। ਪੱਛਮੀ ਬੰਗਾਲ ਵਿੱਚ ਤੇਜ਼ ਵਾਛੜ ਨਾਲ ਹੋਈ ਵਰਖਾ ਬਸੰਤ ਰੁੱਤ ਦੀ ਵਰਖਾ ਖਵਾਉਂਦੀ ਹੈ ਜੀ। ਫਿਰ ਇੱਥੇ ਪ੍ਰੀ ਮੌਨਸੂਨਲ ਰੇਨਫਾਲਸ ਅਤੇ ਮੈਂਗੋ ਸ਼ਾਰ ਹੋ ਗਿਆ ਜੀ, ਬਲੌਸਮ ਸ਼ਾਰਸ ਨੇ ਜਿਹੜੇ ਉਹ ਵੀ ਹੋ ਜਾਂਦੇ ਨੇ। ਫਿਰ ਆ ਗਿਆ ਜੀ ਅੱਗੇ ਥਰਡ ਆਪਣੇ ਕੋਲ ਵਰਖਾ ਦੀ ਰੁੱਤ। ਵਰਖਾ ਦੀ ਰੁੱਤ ਬਾਰੇ ਆਪਾਂ ਨੂੰ ਪਤਾ ਹੀ ਹੈ, ਇਸ ਰੁੱਤ ਨੂੰ ਦੱਖਣ ਪੱਛਮੀ ਮੌਨਸੂਨਾਂ ਦੀ ਰੁੱਤ ਵੀ ਕਿਹਾ ਜਾਂਦਾ ਹੈ, ਕਿਉਂਕਿ ਦੇਸ਼ ਅੰਦਰ ਜੂਨ ਤੋਂ ਮੱਧ ਸਤੰਬਰ ਤੱਕ ਇਹ ਰਹਿੰਦੀ ਹੈ ਜੀ। ਇਸ ਸਮੇਂ ਉੱਤਰੀ ਵਿਸ਼ਾਲ ਮੈਦਾਨਾਂ ਵਿੱਚ ਬਣੀ ਅੰਤਰ ਊਸ਼ਨ ਸੁਮੇਲ ਪੇਟੀ ਹੈ ਜਿਹੜੀ ਕਰਕ ਰੇਖਾ ਤੋਂ ਪਾਰ ਦੱਖਣੀ ਹਿੰਦ ਮਹਾਸਾਗਰ ਵੱਲ ਵਿੱਚੋਂ ਦੱਖਣ ਪੂਰਬੀ ਵਪਾਰਕ ਪੌਣਾ ਨੇ ਜਿਹੜੀ ਉਹਨਾਂ ਨੂੰ ਖਿੱਚਣ ਵਿੱਚ ਸਫਲ ਹੋ ਜਾਂਦੀ ਹੈ। ਇਹ ਨਮੀ ਨਾਲ ਲੱਗਦੀਆਂ ਪੂਰਬੀ ਪੌਣਾ ਭੂ ਮੱਧ ਰੇਖਾ ਪਾਰ ਕਰਦੇ ਹੀ ਧਰਤੀ ਦੀ ਜਿਹੜੀ ਦੈਨਿਕ ਗਤੀ ਦੇ ਕਾਰਨ ਆਪਣੀ ਦਿਸ਼ਾ ਬਦਲ ਕੇ ਦੱਖਣ ਪੱਛਮ ਤੋਂ ਉੱਤਰ ਪੂਰਬ ਵੱਲ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ ਅਤੇ 1 ਜੂਨ ਨੂੰ ਕੇਰਲ ਦੇ ਤੱਟ 'ਤੇ ਪਹੁੰਚ ਜਾਂਦੀਆਂ ਨੇ ਅਤੇ ਭਾਰੀ ਵਰਖਾ ਕਰਦੀਆਂ ਨੇ। ਉਸ ਨੂੰ ਤੁਸੀਂ ਬਰਸਟ ਆਫ ਮੌਨਸੂਨਸ ਮੀਨਸ ਕਿ ਮੌਨਸੂਨਾਂ ਦਾ ਫਟਣਾ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਜਿਹੜੀ ਵਰਖਾ ਹੈ ਜਿਹੜੀ ਉਹ ਹੁੰਦੀ ਹੈ, ਕਿਤੇ ਬਹੁਤ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਕਿਤੇ ਬਹੁਤ ਘੱਟ ਵਰਖਾ ਹੁੰਦੀ ਹੈ। ਜ਼ਿਆਦਾ ਵਰਖਾ ਮੀਨਸ ਅਰੁਣਾਚਲ ਪ੍ਰਦੇਸ਼ ਵਗੈਰਾ ਬਾਰੇ ਦੇਸ਼ਾਂ ਦੇ ਵਿੱਚ ਲਗਾ ਲਓ ਤੁਸੀਂ, ਉੱਤਰ ਦੇ ਜਿਹੜੇ ਸਥਾਨ ਨੇ ਉੱਥੇ ਜ਼ਿਆਦਾ ਵਰਖਾ ਹੁੰਦੀ ਹੈ ਅਤੇ ਇਹਦੇ ਨਾਲ ਹੀ ਜਿਹੜੇ ਆਪਣੇ ਰਾਜਸਥਾਨ ਵਰਗੇ ਦੇਸ਼ ਨੇ ਉੱਥੇ ਘੱਟ ਵਰਖਾ ਹੈ ਜਿਹੜੀ ਰਾਜ ਨੇ ਜਿਹੜੇ ਉੱਥੇ ਘੱਟ ਵਰਖਾ ਹੈ ਜਿਹੜੀ ਉਹ ਵੀ ਹੋ ਜਾਂਦੀ ਹੈ। ਫਿਰ ਆ ਗਿਆ ਜੀ ਵਾਪਸ ਮੁੜਦੀਆਂ ਮਾਨਸੂਨ ਪੌਣਾ ਦਾ ਜਿਹੜਾ ਮੌਸਮ ਹੈ। ਇਸ ਰੁੱਤ ਵਿੱਚ ਦੇਸ਼ ਦੀ ਪਰੰਪਰਾਵਾਦੀ ਰੁੱਤ ਪ੍ਰਣਾਲੀ ਮਤਲਬ ਸ਼ਾਰਦਾ ਦੀ ਰੁੱਤ ਵੀ ਇਹਨੂੰ ਕਿਹਾ ਜਾਂਦਾ। ਇਸ ਰੁੱਤ ਵਿੱਚ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਹੌਲੀ ਹੌਲੀ ਕਰਕ ਰੇਖਾ ਦੇ ਦੱਖਣੀ ਭਾਗ ਨੂੰ ਛੱਡਦੇ ਹੋਏ ਭੂ ਮੱਧ ਰੇਖਾ ਵੱਲ ਵਧਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸ ਕਰਕੇ ਸੂਰਜੀ ਤਾਪ ਹੈ ਜਿਹੜਾ ਘੱਟ ਹੋ ਜਾਂਦਾ ਅਤੇ ਭਾਰੀ ਵਰਖਾ ਹੋ ਜਾਣ ਕਰਕੇ ਉੱਤਰੀ ਭਾਗਾਂ ਵਿੱਚ ਜਿਹੜਾ ਤਾਪਮਾਨ ਹੈ ਉਹ ਕਾਫੀ ਜ਼ਿਆਦਾ ਘੱਟ ਜਾਂਦਾ। ਰਾਤਾਂ ਠੰਡੀਆਂ ਹੋਣ ਲੱਗਦੀਆਂ ਨੇ ਜੀ। ਦਿਨ ਵੇਲੇ ਬੱਦਲ ਰਹਿਤ ਆਕਾਸ਼ ਹੋਣ ਕਰਕੇ ਤਾਪਮਾਨ ਮਾਮੂਲੀ ਜਿਹਾ ਵੱਧ ਕੇ 25 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ, ਜਿਸ ਨਾਲ ਹੁਣੇ ਲੰਘੀ ਰੁੱਤ ਵਰਖਾ ਦੀ ਰੁੱਤ ਹੈ ਉਹ ਦੁਬਾਰਾ ਹਵਾ ਛੇਤੀ ਹੋਈ ਸਿੱਲ ਦੀ ਮਾਤਰਾ ਕਾਰਨ ਵੱਧ ਜਾਂਦਾ, ਜਿਸ ਨੂੰ ਹਿਊਮਸ ਵੀ ਕਹਿੰਦੇ ਨੇ ਮੀਨਸ ਹਿਊਮਿਡਿਟੀ ਜ਼ਿਆਦਾ ਵੱਧ ਜਾਂਦੀ ਹੈ ਜੀ ਇਹਨਾਂ ਵਿੱਚ। ਇਸ ਰੁੱਤ ਵਿੱਚ ਘੱਟ ਦਬਾਅ ਦੇ ਕੇਂਦਰ ਨੇ ਜਿਹੜੇ ਉੱਤਰ ਪੱਛਮੀ ਭਾਗਾਂ ਨੂੰ ਛੱਡਦੇ ਹੋਏ ਬੰਗਾਲ ਦੀ ਖਾੜੀ ਵੱਲ ਵੱਧ ਕੇ ਹਿੰਦ ਮਹਾਸਾਗਰ ਤੱਕ ਚਲੇ ਜਾਂਦੇ ਨੇ ਜੀ। ਇਸ ਕਰਕੇ ਇਹਨਾਂ ਚੱਕਰਵਾਤਾਂ ਦੁਆਰਾ ਪੂਰਬੀ ਤੱਟਵਰਤੀ ਜਿਹੜੇ ਭਾਗ ਨੇ ਤਾਮਿਲਨਾਡੂ ਦੇ ਅੰਦਰੂਨੀ ਭਾਗਾਂ ਵਿੱਚ ਭਰਪੂਰ ਵਰਖਾ ਹੈ ਜਿਹੜੀ ਉਹ ਹੁੰਦੀ ਹੈ। ਸਭ ਤੋਂ ਪਹਿਲਾਂ 15 ਸਤੰਬਰ ਤੱਕ ਪੰਜਾਬ, ਉੱਤਰ ਪ੍ਰਦੇਸ਼, 15 ਅਕਤੂਬਰ ਤੱਕ ਗੰਗਾ ਦਾ ਡੈਲਟਾ ਅਤੇ 15 ਨਵੰਬਰ ਤੱਕ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਦੱਖਣੀ ਭਾਗਾਂ ਨੂੰ ਛੱਡ ਜਾਂਦੀਆਂ ਨੇ ਇਹ। ਅਤੇ ਇਹਨੂੰ ਆਟਮ ਸੀਜ਼ਨ ਹੈ। ਫਿਰ ਜਿਹੜਾ ਹੈਗਾ ਇਸ ਤੋਂ ਬਾਅਦ ਆਟਮ ਸੀਜ਼ਨ ਆ ਜਾਂਦਾ ਜਿਹਨੂੰ ਪਤਝੜ ਦਾ ਮੌਸਮ ਵੀ ਕਿਹਾ ਜਾਂਦਾ। ਫਿਰ ਜੀ ਐਂਡ ਨੂੰ ਜੇਕਰ ਆਪਾਂ ਭਾਰਤੀ ਜੀਵਨ ਅਤੇ ਮੌਨਸੂਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹਰੇਕ ਪੱਖੋਂ ਮਤਲਬ ਆਰਥਿਕ, ਧਾਰਮਿਕ ਅਤੇ ਸਮਾਜਿਕ ਪੱਖੋਂ ਇਹ ਜਲਵਾਯੂ ਦਾ ਜਿਹੜਾ ਡੂੰਘਾ ਅਸਰ ਹੈ ਉਹ ਪੈਂਦਾ। ਆਰਥਿਕ ਉੱਨਤੀ ਜਿਵੇਂ ਖੇਤੀਬਾੜੀ ਹੋ ਗਈ, ਵਿਕਾਸ ਹੋ ਗਿਆ, ਉਦਯੋਗ ਹੋ ਗਿਆ, ਇਹ ਸਾਰੀਆਂ ਚੀਜ਼ਾਂ ਵੀ ਜਲਵਾਯੂ 'ਤੇ ਡਿਪੈਂਡ ਕਰਦੀਆਂ ਨੇ। ਭਾਰਤੀ ਜੀਵਨ ਹੈ ਪੂਰੀ ਤਰ੍ਹਾਂ ਤੁਹਾਨੂੰ ਪਤਾ ਖੇਤੀਬਾੜੀ 'ਤੇ ਆਧਾਰਿਤ ਹੈ। ਜੇਕਰ ਵਰਖਾ ਹੀ ਨਹੀਂ ਹੋਊਗੀ ਤਾਂ ਆਪਣੀਆਂ ਜਿਹੜੀਆਂ ਫਸਲਾਂ ਨੇ ਉਹਦੇ 'ਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਪੈ ਜਾਂਦਾ। ਇਸ ਕਰਕੇ ਮੌਨਸੂਨ ਨੂੰ ਦੇਸ਼ ਦਾ ਉਹ ਕੇਂਦਰ ਧੁਰਾ ਮੀਨਸ ਕਿ ਪਾਈਵੋਟਲ ਪੁਆਇੰਟ ਮੰਨਿਆ ਜਾਂਦਾ ਹੈ, ਜਿਸ ਉੱਤੇ ਖੇਤੀਬਾੜੀ ਤੋਂ ਬਿਨਾਂ ਸਮੁੱਚਾ ਆਰਥਿਕ ਢਾਂਚਾ ਹੈ ਜਿਹੜਾ ਉਹ ਆਧਾਰ ਪ੍ਰਾਪਤ ਕਰਦਾ ਹੈ। ਮੌਨਸੂਨੀ ਵਰਖਾ ਜਦੋਂ ਸਮੇਂ ਸਿਰ ਸਹੀ ਮਾਤਰਾ 'ਤੇ ਹੋ ਜਾਂਦੀ ਹੈ ਤਾਂ ਉਤਪਾਦਨ ਵੱਧ ਜਾਂਦਾ, ਜਦੋਂ ਨਹੀਂ ਹੁੰਦੀ ਤਾਂ ਉਦੋਂ ਉਤਪਾਦਨ ਘੱਟ ਜਾਂਦਾ। ਇਸੇ ਤਰ੍ਹਾਂ ਜਲ ਸਿੰਚਾਈ 'ਤੇ ਵੀ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਕੁਦਰਤੀ ਬਨਸਪਤੀ ਜਿਹੜੀ ਮੌਨਸੂਨ ਦੇ ਕਰਕੇ ਆਪਾਂ ਨੂੰ ਮਿਲਦੀ ਹੈ ਉਹਦੇ ਵਿੱਚ ਵੀ ਘਾਟਾ ਹੋ ਜਾਂਦਾ ਜੇਕਰ ਆਪਣੇ ਕੋਲ ਮੌਨਸੂਨ ਵਰਖਾ ਨਾ ਹੋਵੇ। ਇਸ ਪ੍ਰਕਾਰ ਮੌਨਸੂਨ ਵਰਖਾ ਨੇ ਦੇਸ਼ ਦੀ ਇੱਕੋ ਕਿਸਮ ਦੀ ਸੋਚ ਅਤੇ ਜੀਵਨ ਪ੍ਰਣਾਲੀ ਬਣਾਉਣ ਲਈ ਵਡਮੁੱਲਾ ਯੋਗਦਾਨ ਹੈ ਜਿਹੜਾ ਪਾਉਂਦੀਆਂ ਨੇ। ਇਸ ਦਾ ਕਾਰਨ ਇਹ ਹੈ ਕਿ ਦੇਸ਼ ਦੇ ਹਰੇਕ ਖੇਤਰ ਵਿੱਚ ਚਾਹੇ ਖੁਸ਼ਕ ਰੇਤਲੀ ਜ਼ਮੀਨ ਹੋਵੇ
ਵਿਕਸਿਤ ਜਲ ਸਿੰਚਾਈ ਖੇਤਰ ਹੋਵੇ ਜਾਂ ਫਿਰ ਸਿੱਲਾ ਇਲਾਕਾ ਹੋਵੇ, ਸਭ 'ਤੇ ਇੱਕੋ ਜਿਹਾ ਅਸਰ ਪੈਂਦਾ ਹੈ। ਇਹਨਾਂ ਦੀ ਰੁੱਤਾਂ ਅਨੁਸਾਰ ਹੋਣ ਵਾਲੀ ਤਬਦੀਲੀ ਦੇ ਫਲਸਰੂਪ ਸਮੁੰਦਰੀ ਹਵਾ ਅਤੇ ਚੱਕਰਵਾਤਾਂ ਨਾਲ ਹੋਣ ਵਾਲੀ ਵਰਖਾ ਵੱਡੇ ਮਾਨਸੂਨੀ ਢਾਂਚੇ ਦਾ ਹਿੱਸਾ ਬਣਦੀ ਹੈ। ਉੱਚੀਆਂ ਹਿਮਾਲਿਆ ਪਰਬਤ ਸ਼੍ਰੇਣੀਆਂ ਦੇ ਕਾਰਨ ਹੀ ਦੇਸ਼ ਅੰਦਰ ਕਰਕ ਰੇਖਾ ਤੋਂ ਲੈ ਕੇ ਉੱਤਰੀ ਭਾਗਾਂ ਵਿੱਚ ਧੁਰ ਕਸ਼ਮੀਰ ਤੱਕ ਮੌਨਸੂਨੀ ਪੌਣਾ ਦਾ ਅਸਰ ਹੈ ਜਿਹੜਾ ਉਹ ਸੰਭਵ ਹੋ ਸਕਿਆ। ਇਸ ਤਰ੍ਹਾਂ ਭਾਰਤੀ ਜੀਵਨ ਹੈ ਜਿਹੜਾ ਉਹ ਮੌਨਸੂਨ ਪੌਣਾ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ। ਅਤੇ ਇੱਥੇ ਤੁਹਾਡਾ ਚੈਪਟਰ ਇਹ ਖਤਮ ਹੁੰਦਾ। ਥੈਂਕ ਯੂ।